sexual reproduction in flowering plants ਤਾਂ ਬੱਚੇ +1 ਤੇ +2 ਜਿਹੜੇ ਦੋਵੇਂ ਸਟੂਡੈਂਟਸ ਹੈ ਇਹ ਆਪਾਂ ਡਿਸਕਸ ਕਰਾਂਗੇ ਕਿਉਂਕਿ ਆਪਾਂ ਮਾਰਫੋਲੋਜੀ ਆਫ ਫਲਾਵਰਿੰਗ ਪਲਾਂਟਸ ਪੜ੍ਹੀ ਹੈ ਤਾਂ ਉਹਦੇ ਨਾਲ ਰਿਲੇਟਡ ਹੀ ਛੋਟਾ ਜਿਹਾ ਟੌਪਿਕ ਹੈ ਦੈਟ ਇਜ਼ ਸੈਕਸ਼ੂਅਲ ਰਿਪਰੋਡਕਸ਼ਨ ਇਨ ਫਲਾਵਰਿੰਗ ਪਲਾਂਟਸ। ਤਾਂ ਸੈਕਸ਼ੂਅਲ ਰਿਪਰੋਡਕਸ਼ਨ ਨੂੰ ਆਪਾਂ 3 ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ ਤਾਂ ਪ੍ਰੀ ਫਰਟੀਲਾਈਜੇਸ਼ਨ, ਫਰਟੀਲਾਈਜੇਸ਼ਨ ਤੇ ਪੋਸਟ ਫਰਟੀਲਾਈਜੇਸ਼ਨ ਚੇਂजेस। ਤਾਂ ਸਾਰੇ ਤੋਂ ਪਹਿਲਾਂ ਪ੍ਰੀ ਫਰਟੀਲਾਈਜੇਸ਼ਨ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਤਾਂ ਪ੍ਰੀ ਫਰਟੀਲਾਈਜੇਸ਼ਨ ਤੋਂ ਪਹਿਲਾਂ ਆਪਾਂ ਗੱਲਬਾਤ ਕੀ ਕਰਦੇ ਹਾਂ ਕਿ there is the formation of gametes, there is the formation of gametes। the reproductive structure of a plant ਜਾਂ reproductive part of a plant, that's a flower। flower ਬਾਰੇ ਆਪਾਂ ਗੱਲਬਾਤ ਕੀਤੀ ਸੀ। there are 2 type of parts in the flower, ਕੁਝ essential and non essential। ਕੋਮਲ ਦੱਸੂਗੀ essential ਕਿਹੜੇ ਹੈ ਤੇ non essential ਕਿਹੜੇ ਹੈ। ਸਰ ਐਸੈਂਸ਼ੀਅਲ ਉਹ ਵਾਲੇ ਜਿਹੜੇ ਉਹਦੇ ਚ ਪਾਰਟਿਸਿਪੇਟ ਕਰਦੇ ਰੀਪਰੋਡਕਸ਼ਨ, ਜਿਵੇਂ ਸਟਿਗਮਾ ਤੇ ਇੱਕ ਤਾਂ ਸਟਿਗਮਾ ਹੈਗਾ ਤੇ ਇੱਕ ਉਹ ਐਂਥਰਸ। ਤੇ ਨॉन ਰਿਪਰੋਡਕਟਿਵ ਪਾਰਟਸ ਉਹ ਵਾਲੇ ਹੋ ਗਏ ਜਿਵੇਂ ਫਲਾਵਰਸ ਹੋ ਗਏ, ਪੈਟਲਸ ਹੋ ਗਏ, ਜਿਹੜੇ ਉਹਨੂੰ ਪ੍ਰੋਟੈਕਟ ਕਰਦੇ ਪਰ ਰੀਪਰੋਡਕਸ਼ਨ ਵਿੱਚ ਪਾਰਟ ਨਹੀਂ ਲੈਂਦੇ। ਵੈਰੀ ਗੁੱਡ ਬੇਟੇ। ਜਿਹੜੇ essential part ਹੈ pistil and stamens, this is the stamen and this is the pistil, it's also called as carpel। ठीक है। non essential ਕਿਹੜੇ ਹੈ sepals, petals, thalamus etc। ठीक है। ਹੁਣ ਤੁਸੀਂ ਧਿਆਨ ਨਾਲ ਦੇਖੋ ਵੀ ਜਿਹੜਾ pistil ਔਰ carpel it's the female reproductive part, it's a female reproductive part। it's divisible into further into 3 parts। ਸਾਰਿਆਂ ਤੋਂ ਪਹਿਲਾਂ this is the stigma, now this is the style and this is the ovary। stigma, style and ovary, stigma, style and ovary। ਤਾਂ ਉਸ ਤੋਂ ਬਾਅਦ ਵੀ ਆਹ ਹੈਗਾ ਸਾਡੇ ਕੋਲ stamen, male part, it's divisible into anther and filament, anther and filament। ਚਲੋ ਅੱਗੇ ਡਿਸਕਸ ਕਰੀਏ। ਹੁਣ ਰੀਪਰੋਡਿਊਸ ਕਰਦੇ ਕਿਵੇਂ ਹੈ, ਪਹਿਲਾਂ ਆਪਾਂ ਬੇਸਿਕ ਚੀਜ਼ ਪੜ੍ਹਦੇ ਹਾਂ। ਬੇਸਿਕ ਚੀਜ਼ ਜਿਵੇਂ ਆਪਾਂ ਗੱਲ ਕੀਤੀ ਸੀ ਦਿਸ ਇਜ਼ ਅ ਫਲਾਰ, ਫਲਾਰ ਦੇ ਵਿੱਚ ਦਿਸ ਇਜ਼ ਦਾ ਮੇਲ ਪਾਰਟ, ਦਿਸ ਇਜ਼ ਕਾਲਡ ਐਜ਼ ਪਿਸਟਲ ਐਂਡ ਦਿਸ ਇਜ਼ ਦਾ ਮੇਲ ਪਾਰਟ, ਦਿਸ ਇਜ਼ ਕਾਲਡ ਐਜ਼ ਸਟੇਮਨ। ਪਿਸਟਲ ਦੇ ਵਿੱਚ ਦਿਸ ਇਜ਼ ਓਵਰੀ, ਸਟਾਈਲ ਐਂਡ ਸਟਿਗਮਾ, ਸਟਿਗਮਾ, ਸਟਾਈਲ ਐਂਡ ਓਵਰੀ। ਇਹਦੇ ਵਿੱਚ ਐਂਥਰ ਐਂਡ ਫਿਲਾਮੈਂਟ। ਤਾਂ ਐਂਥਰ ਤੋਂ ਜਿਹੜੇ ਮੇਲ ਗੀਟੋਫਾਈਟ ਬਣਦੇ ਹੈ that is pollen grain, ਮੇਲ ਗੈਮੀਟ। ਇਹ ਕਿੱਥੇ ਜਾਂਦਾ ਹੈ ਸਟਿਗਮਾ ਤੱਕ। ਸਟਿਗਮਾ ਤੇ ਜਾ ਕੇ ਇਟ ਗੈਟ ਜਰਮੀਨੇਟਡ ਐਂਡ ਫਰਟੀਲਾਈਜ਼ ਦਾ ਐਗ। ਇੱਥੇ ਕੀ ਹੁੰਦਾ there is the egg ਦੀ ਫਰਟੀਲਾਈਜੇਸ਼ਨ ਹੁੰਦੀ ਹੈ। ਤਾਂ ਇੱਥੇ ਡਬਲ ਫਰਟੀਲਾਈਜੇਸ਼ਨ ਹੁੰਦੀ ਹੈ ਜਿਹਨੂੰ ਆਪਾਂ ਬਹੁਤ ਡਿਟੇਲ ਦੇ ਵਿੱਚ ਪੜ੍ਹਨਾ ਹੈ ਤੇ ਮੋਸਟਲੀ ਇਹਦੇ ਤੇ ਕੁਐਸਚਨ ਆਉਂਦਾ ਹੈ। ਉਸ ਤੋਂ ਬਾਅਦ ਕੀ ਹੈ there is the formation of seed, ਸੀਡ ਜਰਮੀਨੇਟ ਕਰਦਾ ਹੈ, ਸੀਡਲਿੰਗ ਬਣਦਾ ਹੈ, ਸੀਡਲਿੰਗ ਤੋਂ ਪਲਾਂਟ ਬਣਦਾ ਹੈ। ਪਲਾਂਟ ਦੀ ਜਦੋਂ ਫੁੱਲ ਗਰੋਥ ਹੋ ਰਹੀ ਹੁੰਦੀ ਹੈ ਤਾਂ ਉਹਨੂੰ ਕਹਿੰਦੇ ਆ ਵੈਜੀਟੇਟਿਵ ਫੇਜ਼। ਤੇ ਜਦੋਂ ਉਹਦੇ ਤੇ ਫਲਾਵਰ ਬਣਨੇ ਸ਼ੁਰੂ ਹੋ ਜਾਣ ਤਾਂ then it enter into the reproductive phase। reproductive phase ਦੇ ਵਿੱਚ ਫਿਰ ਇਹਦੇ ਵਿੱਚ ਰਿਪਰੋਡਕਸ਼ਨ ਹੁੰਦੀ ਹੈ, ਫਿਰ ਇਹ ਨਵਾਂ ਪਲਾਂਟ ਸੀਡ ਬਣਾਉਂਦਾ ਹੈ। ਇਸ ਤਰੀਕੇ it reproduces the new plants and it increases its number to protect its species। हर plant ਦੀ ਕੋਸ਼ਿਸ਼ ਹੁੰਦੀ ਹੈ ਵੀ ਉਹ ਆਪਦੀ species ਨੂੰ protect ਕਰਨ ਵਾਸਤੇ ਨਵੇਂ plants ਤਿਆਰ ਕਰੇ। ਤਾਂ ਇਹ ਸਾਰਿਆਂ ਤੋਂ ਪਹਿਲਾਂ ਆਪਾਂ ਉਹ ਸ਼ਿਟ ਇੱਕ ਮਿੰਟ ਇੱਥੇ ਗਲਤੀ ਹੈ। ਤਾਂ male reproductive part ਬਈ first of all we will discuss about the male reproductive part that is androecium। collectively the stamen ਆਪਾਂ ਗੱਲਬਾਤ ਕਰਦੇ ਹਾਂ। ਆਓ ਬਈ ਤਾਂ ਦੇਖੋ ਬਈ ਪਿਕ ਦੇ ਵਿੱਚ ਤੁਹਾਨੂੰ ਕੀ ਦਿਖ ਰਿਹਾ ਹੈ you can see the stamens। the stamens ਦੇ ਵਿੱਚ ਕੀ ਹੈ this is the anther। ਤੇ anther ਦੇ ਉੱਪਰ ਤੁਹਾਨੂੰ ਇੱਕ ਪਾਊਡਰੀ ਮਾਸ ਦਿਖਦਾ ਹੈ you can see the powdery mass stick to the anther। these are the pollen grains। ਜਦੋਂ ਆਪਾਂ ਆਫਲਾਈਨ ਕੀਤਾ ਸਕੋਪ ਦੇ ਥੱਲੇ ਤੁਹਾਨੂੰ ਪੋਲਨ ਗ੍ਰੇਨਸ ਹੋਣਗੇ, ਡਿਫਰੈਂਟ ਫਲਾਵਰਸ ਆਪਾਂ ਇਕੱਠੇ ਕਰਕੇ। ਠੀਕ ਹੈ। ਜਿਸ ਦਿਨ ਵੀ ਤੁਸੀਂ ਮੇਰੇ ਕੋਲ ਆਏ ਤਾਂ these are the pollen grains। ਨੋ ਬਈ
ਆਪਾਂ ਪੜ੍ਹਦੇ ਹਾਂ TSO ਐਂਥਰ ਜਾਂ ਇੰਟਰਨਲ ਸਟਰਕਚਰ ਆਫ ਐਂਥਰ। ਇਹਦੇ ਵਿੱਚ ਹੈ ਕੀ, ਧਿਆਨ ਨਾਲ ਦੇਖਿਓ, ਆ ਦੋ ਲੋਬ ਹੈ, ਇਟਸ ਬਾਈਲੋਬ। ਇਹਦੇ ਵਿੱਚ 4 ਕੋਲਨਸ ਹੈ ਕਿ ਤੇ ਇਥੋਂ ਡੀਜਨਰੇਟ ਹੋ ਚੁੱਕੇ ਹੈ। ਦਿਸ ਇਜ਼ ਕਾਲਡ ਐਜ਼ ਟੈਟਰਾਸਪ੍ਰੈਂਜੀਏਟ। ਠੀਕ ਹੈ, ਕਈ 22 ਸਪ੍ਰੈਂਜੀਏਟ ਹੁੰਦੇ ਆ ਬਟ ਇਟ ਇਜ਼ ਟੈਟਰਾਸਪ੍ਰੈਂਜੀਏਟ। ਤਾਂ ਇਹਦੇ ਵਿੱਚ ਪੋਲਨ ਗ੍ਰੇਨਸ ਹੁੰਦੇ ਆ। ਤਾਂ ਸਾਈਡ ਤੇ ਜਿੱਥੋਂ ਇਹ ਰਪਚਰ ਹੁੰਦਾ ਹੈ ਪੋਲਨ ਗ੍ਰੇਨਸ ਨੂੰ ਬਾਹਰ ਕੱਢਣ ਵਾਸਤੇ, ਦਿਸ ਇਜ਼ ਦ ਲਾਈਨ ਆਫ ਡਿਹੈਸੈਂਸ। ਦਿਸ ਇਜ਼ ਦ ਲਾਈਨ ਆਫ ਡਿਹੈਸੈਂਸ। ਔਰ ਜਿਹੜੀ ਓਪਨਿੰਗ ਹੈ ਦਿਸ ਇਜ਼ ਕਾਲਡ ਐਜ਼ ਸਟੋਮੀਅਮ। ਜਦੋਂ ਓਪਨ ਹੁੰਦਾ ਹੈ ਦੈਟਸ ਕਾਲਡ ਐਜ਼ ਸਟੋਮੀਅਮ ਐਂਡ ਦਿਸ ਇਜ਼ ਦ ਫਿਲਾਮੈਂਟ ਔਰ ਸਟਾਕ ਆਫ ਦ ਐਂਥਰ। ਤਾਂ ਦਿਸ ਇਜ਼ ਦ ਐਂਥਰ। ਐਂਥਰ ਦੇ ਵਿੱਚ ਕੀ ਹੈ, 2 ਲੋਬ ਹੈ, 1 ਲੋਬ, ਸੈਕਿੰਡ ਲੋਬ। ਠੀਕ ਹੈ, ਤਾਂ ਬਾਈਲੋਬਡ ਐਂਥਰ ਹੈ, ਦਿਸ ਇਜ਼ ਦ ਬਾਈਲੋਬਡ ਐਂਥਰ। ਤਾਂ ਇਹਦੇ ਵਿੱਚ ਕਿੰਨੇ ਮਤਲਬ ਕਿ ਉਹ ਬਣੇ ਹੋਏ ਹੈ ਸੈਕਸ, ਕੋਲਨ ਸੈਕਸ 4। ਸੋ ਦਿਸ ਇਜ਼ ਟੈਟਰਾਸਪ੍ਰੈਂਜੀਏਟ। ਆਓ ਇਹਦੀ ਸਟਰਕਚਰ ਬੜਾ ਵੇਖੋ, ਬੜਾ ਸੋਹਣਾ ਤੁਹਾਨੂੰ ਦਿਖਾਈ ਦੇ ਰਿਹਾ ਹੈ। ਦਿਸ ਇਜ਼ ਆਲਸੋ ਬਾਈਲੋਬਡ, one ਲੋਬ, ਸੈਕਿੰਡ ਲੋਬ। ਇਹਦੇ ਵਿੱਚ ਕੀ ਹੈ, 1 pollen sac, another pollen sac, 1 pollen sac, this is the another pollen sac. So it's tetrasprangiate, bilobed tetrasprangiate, and you can see the pollen grains. जिस दिन आप माइक्रोस्कोप के थल्ले वेखे ना कलरफुल बड़े सोहने सोहने दिखते हैं ये। ठीक है, ਤੇ ਆਪਾਂ ਤੁਹਾਨੂੰ ਇਹਦੀ ਉਹ ਵੀ ਦਿਖਾਵਾਂਗੇ ਜਰਮੀਨੇਸ਼ਨ ਆਫ ਪੋਲਨ ਗ੍ਰੇਨ। ਤਾਂ ਉਹ ਇੱਕ ਪ੍ਰੋਪਰ ਆਪਣਾ ਐਕਸਪੈਰੀਮੈਂਟ ਵੀ ਹੈਗਾ, ਤੁਹਾਡੇ ਸਿਲੇਬਸ ਵੀ ਹੈ। ਸੋ ਦਿਸ ਇਜ਼ ਦਾ ਕਨੈਕਟਿਵ ਐਂਡ ਦਿਸ ਇਜ਼ ਦਾ ਫਿਲਾਮੈਂਟ। ਤਾਂ ਮਾਈਕਰੋਸਕੋਪਿਕ, ਵਿਦ ਦਾ ਹੈਲਪ ਆਫ ਮਾਈਕਰੋਸਕੋਪਿਕ ਤੁਹਾਨੂੰ ਮੈਗਨੀਫਾਈਡ ਪੋਲਨ ਗ੍ਰੇਨ ਦੀ ਸਟਰਕਚਰ ਦਿਖਾ ਰਹੇ ਹਾਂ। ਤਾਂ ਦਿਸ ਇਜ਼ ਦਾ ਟੈਟਰਾਸਪ੍ਰੈਂਜੀਏਟ ਬਾਈਲੋਬ ਪੋਲਨ ਐਂਥਰ। ਇਹਦੇ ਵਿੱਚ ਵੇਖੋ ਬੇਟੇ, ਯੂ ਕੈਨ ਸੀ ਦਾ ਪੋਲਨ ਗ੍ਰੇਨਸ, ਦਿਸ ਇਜ਼ ਦਾ ਕਨੈਕਟਿਵ, this is the pollen sacs, and these are the pollens. You can see the pollens. It's the LS of anther, LS of anther, and you can see the pollen grains. Immature pollen grains hai. It's also a magnified pic of the pollen. Sorry, anther. ਹੁਣ ਆਜੋ ਬੱਚੇ, ਜਿਹੜੀ ਆਪਾਂ ਬਹੁਤ ਡਿਟੇਲ ਦੇ ਵਿੱਚ ਸਟੱਡੀ ਕਰਨੀ ਹੈ। This is the immature anther. TS of immature anther। ਤਾਂ ਧਿਆਨ ਨਾਲ ਦੇਖਿਆ ਜੀ, ਇਹਦੇ ਚ ਫੰਕਸ਼ਨ ਕਈ ਵਾਰੀ ਪੁੱਛੇ ਜਾ ਸਕਦੇ ਹੈ। ਸਾਰਿਆਂ ਤੋਂ ਪਹਿਲਾਂ ਸਿੰਗਲ ਲੇਅਰਡ ਥਿਕ ਕਾਈਟਨਾਈਜ਼ਡ, ਇਹਦੇ ਉੱਪਰ ਕਾਈਟਨ ਦੀ ਕਵਰਿੰਗ ਹੁੰਦੀ ਹੈ। ਦਿਸ ਇਜ਼ ਕਾਲਡ ਐਜ਼ ਐਪੀਡਰਮਿਸ। ਦਿਸ ਇਜ਼ ਦਾ ਐਪੀਡਰਮਿਸ, ਸਿੰਗਲ ਲੇਅਰ ਆਫ ਸੈਲਸ। ਇਹਦੇ ਬਾਹਰ ਕਾਈਟਨ ਹੁੰਦੀ ਹੈ ਜਿਹੜੀ ਇਹਨੂੰ ਪ੍ਰੋਟੈਕਟ ਕਰਦੀ ਹੈ। This is called as epidermis. Outermost layer is the epidermis. ਇਹਦੇ ਥੱਲੇ ਵੀ hypodermis ਦੀਆਂ 3 to 4 layers ਹੁੰਦੀਆਂ। There are the 3 to 4 layer of endothelium, the 3 to 4 layers of endothelium. ਉਸ ਤੋਂ ਬਾਅਦ these are the middle layers। ਤੇ ਜਿਹੜੇ ਪੋਲਨਸ ਹੈ ਕਿ ਆ ਵੇਖੋ, ਇਟਸ ਟੈਟਰਾਸਪ੍ਰੈਂਜੀਏਟ 1 2 3 and 4 ਬਾਈਲੋਬਡ ਟੈਟਰਾਸਪ੍ਰੈਂਜੀਏਟ। ਜਿਹੜੀ ਇਹਦੀ ਲੇਅਰ ਹੁੰਦੀ ਹੈ ਦਿਸ ਇਜ਼ ਟਪੀਟਮ, ਦਿਸ ਇਜ਼ ਕਾਲਡ ਐਜ਼ ਟੈਪੀਟਮ, ਦਿਸ ਇਜ਼ ਦਾ ਟੈਪੀਟਮ। ਇਹਦੇ ਵਿੱਚ ਮਦਰ ਸਪੋਰ ਸੈਲ ਹੁੰਦੇ ਆ, ਥੀਸ ਆਰ ਦਾ ਮਦਰ ਸਪੋਰ ਸੈਲ। ਇਹਨਾਂ ਦੇ ਵਿੱਚ ਮਿਓਸਿਸ ਹੋਣ ਤੋਂ ਬਾਅਦ, ਆਫਟਰ ਦਾ ਮਿਓਸਿਸ देयर विल बी द ਫਾਰਮੇਸ਼ਨ ਆਫ ਸਪੋਰਸ ਔਰ ਪੋਲਨ ਗ੍ਰੇਨਸ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੁੰਦੀ ਹੈ, ਮਿਓਸਿਸ ਹੁੰਦੀ ਹੈ। ਦਿਸ ਇਜ਼ ਕਨੈਕਟਿਵ, ਦਿਸ ਇਜ਼ ਦਾ ਕਨੈਕਟਿਵ। ਇੱਥੋਂ ਆਪਣੇ ਕੌਣ ਅਟੈਚਡ ਹੁੰਦਾ ਹੈ, ਫਿਲਾਮੈਂਟ। ਠੀਕ ਹੈ, ਤਾਂ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਹੈ ਬੇਟੇ। ਤਾਂ ਹੁਣ ਥੋੜਾ ਜਿਹਾ ਆਪਾਂ ਵੇਖ ਲਈਏ ਇਹਦੇ ਬਾਰੇ। ਜਿਹੜੀ ਸਾਡੇ ਕੋਲ ਮਿਡਲ ਲੇਅਰਸ ਹੈ, ਆ ਮਿਡਲ ਲੇਅਰਸ, ਇਹ ਵੀ ਡੀਜਨਰੇਟ ਹੋ ਜਾਂਦੀ ਹੈ। ਜਿਹੜੇ ਡਿਵੈਲਪਿੰਗ ਸਪੋਰ ਸੈੱਲ ਹੈ ਇਹ ਇਹਨਾਂ ਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਦੀ ਹੈ। ਜਿਹੜੀਆਂ ਮਿਡਲ ਲੇਅਰਸ ਹੈ ਮਦਰ ਸੈਲਸ ਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਦੀਆਂ ਤੇ ਇਟਸੈਲਫ ਕੀ ਹੋ ਜਾਂਦੀਆਂ,
ਡੀਜਨਰੇਟ ਹੋ ਜਾਂਦੀਆਂ ਹੈ। ਉਸ ਤੋਂ ਬਾਅਦ ਜਿਹੜਾ ਆ ਜਗ੍ਹਾ ਹੈ ਜਿੱਥੇ ਆਪਾਂ ਲਾਈਨ ਆਫ ਕਹੀ ਸੀ ਡਿਹੇਸੈਂਸ, ਤਾਂ ਇੱਥੋਂ ਜਿਹੜੇ ਸੈੱਲ ਹੈ ਡਰਾਈ ਹੋ ਕੇ ਇੱਕ small opening create ਕਰ ਦਿੰਦੇ ਆ। ਦੇ ਕ੍ਰੀਏਟ ਅ small opening for the dehiscence of anther। ਇਹ ਮੈਚੁਰ ਦੇ ਵਿੱਚ ਅੱਗੇ ਆਪਾਂ ਪੜਾਂਗੇ। ਜਿਹੜੇ ਟਪੀਟਮ ਸੈੱਲ ਹੈ ਨਾ ਬੇਟੇ, ਯਾਦ ਰੱਖਿਓ ਟਪੀਟਮ ਸੈੱਲ ਆਫਟਰ ਮੈਚਿਓਰਿਟੀ, ਟਪੀਟਮ ਸੈੱਲ ਆ ਹੈ ਜਿਨ੍ਹਾਂ ਨੇ ਮਦਰ ਸੈਲਸ ਨੂੰ ਕਵਰ ਕੀਤਾ ਹੋਇਆ ਹੈ, ਸਪੋਰ ਮਦਰ ਸੈਲਸ ਨੂੰ। ਆਫਟਰ ਮੈਚਿਓਰਿਟੀ ਇਹ ਦੋ ਕੈਟਾਗਰੀ ਦੇ ਵਿੱਚ ਡਿਵਾਈਡ ਕਰਦੇ ਹੈ। after maturity they get differentiated into two categories। दोबारा फिर repeat करन लगे हैं, tapetum cell after maturity differentiated into two cells। number 1 amoeboid cells, number 2 secretory cells। number 1 amoeboid cells, number 2 secretory cells। ਜਿਹੜੇ amoeboid cell ਹੈ amoeba like, ਉਹ ਆਪਸ ਦੇ ਵਿੱਚ ਜੁੜ ਜਾਂਦੇ ਹੈ। ठीक है, तो बच्चे याद रखियो जो आप डिजीजेस पढ़िया ਤੁਹਾਨੂੰ ਮੈਂ ਦੱਸਿਆ ਸੀ ਵੀ ਮਲੇਰੀਅਲ ਪੈਰਾਸਾਈਟ ਨੂੰ ਪਲਾਜ਼ਮੋਡੀਅਮ ਕਿਉਂ ਕਹਿੰਦੇ ਆ, ਉੱਥੇ ਵੀ ਜਿਹੜੇ ਸਪੋਰੋਜੋਇਟ ਆ ਉਹ ਜੁੜ ਜਾਂਦੇ ਆ। ਤਾਂ ਇੱਥੇ ਵੀ ਜਿਹੜੇ ਇਹਦੇ ਮਿਊਬੋਇਡ ਸੈੱਲ ਹੋਣਗੇ ਉਹ ਜੁੜ ਕੇ ਇੱਕ ਵੱਡਾ ਸੈੱਲ ਬਣਾ ਲੈਣਗੇ, that is called as plasmodium or periplasmodium। ਠੀਕ ਹੈ, ਤਾਂ ਇਹਦਾ ਕੰਮ ਕੀ ਹੋਊਗਾ, ਪਲਾਜ਼ਮੋਡੀਅਮ ਦਾ ਟੂ ਨਰਿਸ਼ ਦਾ ਮਦਰ ਸੈਲਸ, ਟੂ ਨਰਿਸ਼ ਦਾ ਮਦਰ ਸੈਲਸ। ਤੇ ਜਿਹੜੇ ਸਕ੍ਰੀਟਰੀ ਸੈੱਲ ਹੈ they are glandular। ਤਾਂ ਇਹ ਕੀ ਹੋਊਗਾ ਬਈ, ਇਹ ਜਿਹੜੇ ਸਪੋਰ ਸੈੱਲ ਹੈ ਉਹਨਾਂ ਦੇ ਉੱਪਰ ਇੱਕ ਲੇਅਰ ਬਣਾਉਣਗੇ। ਠੀਕ ਹੈ, ਜਾਂ ਇਹ ਪਹਿਲਾਂ ਹੀ ਡੀਜਨਰੇਟ ਕਰ ਜਾਣਗੇ। ਤਾਂ ਹੁਣ ਫਿਰ ਟਪੀਟਮ ਦੇ ਕੰਮ ਕੀ ਹੋਏ, ਤਾਂ ਪਹਿਲਾਂ ਤਾਂ ਨਰਿਸ਼ ਦਾ ਡਿਵੈਲਪਿੰਗ ਮਾਈਕਰੋਸਪੋਰ ਮਦਰ ਸੈਲਸ, ਦੂਜੇ ਲਿਪਿਡ ਰਿਚ ਹੈ। ਠੀਕ ਹੈ, ਤੇ ਇਹਦੇ ਉੱਪਰ ਇੱਕ ਲੇਅਰ ਬਣਾਉਣਗੇ, ਇਹ ਪੋਲਨ ਕਿਟ ਕਹਿ ਦਿੰਦੇ ਆ ਤੁਸੀਂ ਆਪਾਂ ਇਹਨੂੰ, ਸਟਿੱਕੀ ਕਵਰਿੰਗ। ਉਸ ਤੋਂ ਬਾਅਦ ਬਈ ਤਾਂ ਇਹ ਕੀ ਹੈ, ਸਕ੍ਰੀਡ ਦਾ ਐਂਜ਼ਾਈਮ ਲਾਈਕ ਕੈਲੇਸ, ਤੇ ਜਿਹੜਾ ਇਹਨਾਂ ਦੀ ਸੈਲੂਲੋਜ਼ ਵਾਲ ਨੂੰ ਡੀਜਨਰੇਟ ਕਰੂਗਾ। ਕੈਲੋਸ ਜਿਹੜਾ ਹੈਗਾ ਕੈਲੇਸ ਐਂਜ਼ਾਈਮ ਹੈ, that is secreted by the tapetum cells। ठीक है, ਤਾਂ ਫਿਰ ਬਈ ਆਊਟਰ ਐਪੀਡਰਮਿਸ, ਐਂਡੋਥੀਸੀਅਮ, ਮਿਡਲ ਲੇਅਰਸ, ਟਪੀਟਮ, ਕਨੈਕਟਿਵ। ਕਿੰਨੇ ਟੈਟਰਾਸਪ੍ਰੈਂਜੀਏਟ ਹੈ, ਲੋਬ ਕਿੰਨੇ ਹੈ 1 and 2 ਬਾਈਲੋਬਡ ਸਟਰਕਚਰ ਹੈ। ਠੀਕ ਹੈ, ਤਾਂ ਸਟੋਮੀਅਮ ਕਿੱਥੇ ਬਣੂਗੀ, ਲਾਈਨ ਆਫ ਡਿਹੇਸੈਂਸ ਤੇ, ਇਸ ਜਗ੍ਹਾ ਤੇ ਕੀ ਬਣੂਗੀ, ਸਟੋਮੀਅਮ। ਤਾਂ ਦੇਖੋ ਦਿਸ ਇਜ਼ ਦਾ ਸਟੋਮੀਅਮ। ਤਾਂ ਡੀਜਨਰੇਟ ਕਰਕੇ ਬਾਈਲੋਬਡ, ਹੁਣ ਟੈਟਰਾਸਪ੍ਰੈਂਜੀਏਟ ਨਹੀਂ ਰਿਹਾ, ਇਹਦੇ 4 ਕੰਪਾਰਟਮੈਂਟ ਨਹੀਂ ਰਹੇ, ਡੀਜਨਰੇਟ ਕਰਕੇ 2 ਹੋ ਗਏ, ਐਂਡ ਦਿਸ ਇਜ਼ ਦਾ ਸਟੋਮੀਅਮ। ਇੱਥੋਂ ਪੋਲਨ ਗ੍ਰੇਨ ਦੇ ਵਿਲ ਗੋ ਆਊਟ। ਇੱਕ ਜਨਰਲਾਈਜ਼ਡ ਸਟਰਕਚਰ ਹੈ ਬੇਟਾ, ਸਾਰੇ ਦੇ ਸਾਰੇ ਹੀ ਇੱਥੋਂ ਡੀਜਨਰੇਟ ਨਹੀਂ ਕਰਦੇ ਸਾਈਡ ਤੋਂ, ਯਾਦ ਰੱਖਿਓ ਸਾਰੇ ਦੇ ਸਾਰੇ ਇੱਥੋਂ ਡੀਜਨਰੇਟ ਨਹੀਂ ਕਰਦੇ। ਇਹਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ, ਸਾਰੇ ਦੇ ਸਾਰੇ ਇੱਥੋਂ ਡੀਜਨਰੇਟ ਨਹੀਂ ਕਰਦੇ। ਤਾਂ ਆ ਦੇਖੋ ਬਈ ਸਟਰਕਚਰ ਦੇਖ ਰਹੇ ਹੋ ਤੁਸੀਂ। ਠੀਕ ਹੈ, these are the middle layers, endothelium, epidermis, connective। ਟਪੀਟਮ ਦੇ ਕੁਝ ਸੈੱਲ ਬਚੇ ਹੈ, this is the stromium ਜਿਹੜੀ ਓਪਨਿੰਗ ਹੈ, and these are the pollen grain। ਤੇ ਇਹਦਾ TS ਹੈ pollen grain ਦਾ, ਤੇ ਐਕਚੁਅਲ ਦੇ ਵਿੱਚ ਤੁਹਾਨੂੰ ਅੰਡਰ ਮਾਈਕਰੋਸਕੋਪ ਇਸ ਤਰ੍ਹਾਂ ਦਾ ਦਿਖਦਾ ਹੈ, you can see in this form। ਹੁਣ ਬਈ ਅਗਲਾ ਹੈਗਾ ਮਾਈਕਰੋਸਪੋਰੋਜੈਂਸਿਸ। there is the microsporogenesis। ਠੀਕ ਹੈ, ਤਾਂ ਮਾਈਕਰੋਸਪ੍ਰੈਂਜੀਅਮ ਦੇ ਵਿੱਚ ਹੁੰਦੀ ਹੈ, this is the microsporocyst। ਇਹਦੇ ਵਿੱਚ ਡਿਪਲੋਇਡ ਨਿਊਕਲੀਅਸ ਤੇ ਬਾਹਰ ਕੈਲੋਸ ਵਾਲ ਹੈ, ਸੈਲ ਵਾਲ, that's ਕੈਲੋਸ ਸੈਲ ਵਾਲ। ਇਹ ਚ ਪਹਿਲੀ ਮਿਓਸਿਸ ਹੋਈ, ਕ੍ਰੋਮੋਸੋਮ ਨੰਬਰ ਰਿਡਿਊਸ ਟੂ ਹਾਫ, 2 ਬਣ ਗਏ। ਫਿਰ ਡਿਵੀਜ਼ਨ ਹੋਈ, 4 ਬਣ ਗਏ। ਠੀਕ ਹੈ, ਤੇ ਮਿਓਸਿਸ ਚ ਦੱਸਾਂਗੇ ਵੀ M2 ਕਿਉਂ ਹੁੰਦੀ ਹੈ, ਮਿਓਸਿਸ 2 ਕਿਉਂ ਹੁੰਦੀ ਹੈ। ਹੈਪਲੋਇਡ ਹੋ ਗਏ, ਹੁਣ there is a single set of chromosomes and these are called as microspores। this is called as PMC, pollen mother cell, ਜਿੱਥੋਂ ਇੱਕ ਟੈਟਰਾਇਡ ਬਣੂਗਾ ਇਹਦੇ ਵਿੱਚ। ਠੀਕ ਹੈ, ਹੁਣ ਆਪਾਂ ਅੱਗੇ ਵੇਖਦੇ ਹਾਂ ਬਈ ਆ ਰਿਲੀਜ਼ਡ ਮਾਈਕਰੋਸਪੋਰ ਹੈ, ਇੱਕ ਇਹਦੇ ਚੋਂ ਬਾਹਰ ਨਿਕਲਿਆ ਮਾਈਕਰੋਸਪੋਰ। ਇਹਦੇ ਵਿੱਚ ਵੀ there is a microspore nucleus।
ਜਦੋਂ ਮਾਈਕਰੋਸਪੋਰ ਨਿਊਕਲੀਅਸ ਆ ਜਿਹੜੀ ਬਾਹਰ ਦਿਖਦੀ ਪਈ ਹੈ ਨਾ ਬਲੈਕ, ਤੁਹਾਨੂੰ ਇੱਥੇ ਖਾਲੀ ਥਾਵਾਂ ਦਿਖਦੀਆਂ, ਦਿਸ ਇਜ਼ ਦਾ ਐਗਜ਼ਾਈਮ, ਆਊਟਰਮੋਸਟ ਲੇਅਰ ਇਜ਼ ਦਾ ਐਗਜ਼ਾਈਮ, ਠੀਕ ਹੈ, ਉਹਦੇ ਥੱਲੇ ਇੰਟਾਈਨ ਹੁੰਦੀ ਹੈ, ਇਹਨੂੰ ਵੀ ਆਪਾਂ ਡਿਟੇਲ ਚ ਡਿਸਕਸ ਕਰਨਾ ਹੈ। ਤਾਂ ਦਿਸ ਇਜ਼ ਦਾ ਨਿਊਕਲੀਅਸ। ਹੁਣ ਆਪਾਂ ਸਿੰਗਲ ਪੋਲਨ ਗ੍ਰੇਨ ਦੀ ਗੱਲ ਕਰ ਰਹੇ ਹਾਂ, ਜਿਹਨੇ ਬਣਨਾ ਹੈ ਪੋਲਨ ਗ੍ਰੇਨ, ਠੀਕ ਹੈ, ਇਹ ਮਾਈਕਰੋਸਪੋਰ ਹੈ। ਤਾਂ ਇਹਦੇ ਵਿੱਚ ਕੀ ਹੋਊਗਾ ਵੀ ਸਾਰਿਆਂ ਤੋਂ ਪਹਿਲਾਂ ਇੱਕ ਵੈਕਿਊਲ ਬਣ ਜਾਊਗਾ, there will be the formation of vacuole, ਆ ਨਿਊਕਲੀਅਸ ਹੈ, ਠੀਕ ਹੈ। ਹੁਣ ਨਿਊਕਲੀਅਸ ਡਿਵਾਈਡ ਕਰੂਗਾ, ਇੱਕ ਵੈਜੀਟੇਟਿਵ ਨਿਊਕਲੀਅਸ ਬਣ ਜੂ, ਇੱਕ ਜਨਰੇਟਿਵ ਸੈੱਲ ਬਣ ਜੂ। ਬੱਚੇ ਇੱਥੇ ਯਾਦ ਰੱਖਿਓ ਆ ਪੁਆਇੰਟ, one is vegetative nucleus and there will be formation of another cell, ਇਹ ਟਰਮ ਯਾਦ ਰੱਖਣੀ ਹੈ, this is the generative cell, this is the generative cell। ਹੁਣ ਜਨਰੇਟਿਵ ਸੈੱਲ ਦੇ ਵਿੱਚ ਕੀ ਹੈ, ਸਪਰਮ ਸੈੱਲ ਬਣਨਗੇ, ਇਟ ਵਿਲ ਡਿਵਾਈਡ ਇਨਟੂ 2। ਤਾਂ ਅੱਗੇ ਜਾ ਕੇ ਜਿਹੜਾ ਵੀ ਕੰਮ ਕਰਨਾ ਹੈ ਉਹ ਇਹਨਾਂ ਤਿੰਨਾਂ ਨੇ ਕਰਨਾ, ਠੀਕ ਹੈ। ਆ ਦੋ ਨਿਊਕਲੀਆਈ ਚ ਕਨਵਰਟ ਹੋਣਗੇ, ਆ ਵੈਜੀਟੇਟਿਵ ਨਿਊਕਲੀਅਸ ਹੋਊਗਾ। ਹੁਣ ਜਿਹੜਾ ਆ ਸੈੱਲ ਹੈ, ਇਹ ਜਿਹੜਾ ਪੋਲਨ ਗ੍ਰੇਨ ਹੈ, ਇਹਦੇ ਵਿੱਚ ਇੱਕ ਸੈੱਲ ਤੇ ਇੱਕ ਨਿਊਕਲੀਅਸ ਹੈ, ਤੇ ਜਨਰੇਟਿਵ ਸੈੱਲ ਤੋਂ ਫਿਰ ਅਲਟੀਮੇਟਲੀ ਜਿਹੜਾ ਟ੍ਰਾਈਸੈਲੂਲਰ ਨਹੀਂ ਟ੍ਰਾਈ ਨਿਊਕਲੀਏਟ ਕਹਿ ਸਕਦੇ ਹਾਂ, ਦਿਸ ਇਜ਼ ਦਾ ਪੋਲਨ, ਠੀਕ ਹੈ, ਕਿਉਂਕਿ ਲਾਸਟ ਦੇ ਵਿੱਚ ਨਿਊਕਲੀਅਸ ਰਹਿ ਜਾਂਦੀ ਹੈ ਇਹਦੇ ਵਿੱਚ। ਹੁਣ ਦੇਖੋ ਵੀ ਜਿਹੜੇ ਪੋਲਨ ਗ੍ਰੇਨ ਹੈ ਉਹ ਆਪਾਂ ਗੱਲ ਕੀਤੀ ਸੀ ਵੀ ਆਫਟਰ ਡਿਵੀਜ਼ਨ 4 ਬਣਦੇ ਆ, 4 ਮਾਈਕਰੋਸਪੋਰ ਬਣਦੇ ਆ, ਇਹ 4 ਬਣੇ ਆ ਨਾ, ਕਿਉਂਕਿ ਜਿਹਦੇ ਚ ਮਿਓਸਿਸ ਹੋਊਗੀ 4 ਸੈੱਲ ਬਣਦੇ ਆ। ਤਾਂ ਉਹਨਾਂ ਦੀ ਉਹ ਕਿਵੇਂ ਆਪਦੇ ਆਪ ਚ ਅਰੇਂਜ ਕਰਨਗੇ, ਤਾਂ ਆ 3 ਹੈ, ਤੁਹਾਨੂੰ 3 ਦਿਖਾਈ ਦੇ ਰਹੇ ਆ, ਇੱਕ ਇੱਥੇ ਇਹਦੀ ਬੈਕ ਸਾਈਡ ਤੇ ਹੈ, ਤੇ ਕਿਹੜੀ ਸਟਰਕਚਰ ਬਣਦੀ ਪਈ ਹੈ, ਟੈਟਰਾਹੈਡਰਲ। ਟੈਟਰਾਹੈਡਰਲ ਦਾ ਮਤਲਬ 4 ਫੇਸਿਸ, ਦਿਸ ਇਜ਼ ਦਾ ਟੈਟਰਾਹੈਡਰਲ ਮਤਲਬ 4 ਫੇਸਿਸ, ਠੀਕ ਹੈ। ਤਾਂ ਆ 4 ਸੈੱਲ ਹੋਣਗੇ, ਇਸ ਤਰ੍ਹਾਂ ਸਾਰੇ ਮਾਈਕਰੋਸਪੋਰ ਰੇਂਜ ਹੋ ਸਕਦੇ ਹੈ, ਚਾਰੋਂ ਇਕੱਠੇ ਰੇਂਜ ਹੋ ਸਕਦੇ ਹੈ 2 ਟਾਇਰਸ ਦੇ ਵਿੱਚ, ਅਪਰ ਐਂਡ ਲੋਅਰ, ਠੀਕ ਹੈ। ਤਾਂ ਇਹ ਕੀ ਹੈ ਬਈ, ਦਿਸ ਇਜ਼ ਆਈਸੋਬਾਈਲੇਟਰਲ, ਆਈਸੋਬਾਈਲੇਟਰਲ। ਉਸ ਤੋਂ ਬਾਅਦ ਬੇਟੇ ਆ ਕੀ ਹੈ, ਇਹਦੇ ਚ ਕੀ ਹੈ, ਉੱਪਰ ਜਿਹੜੇ ਹੈਗੇ ਆ 1 ਟਾਇਰ ਐਂਡ देयर इज अ सेकंड टायर, दिस इज कॉल्ड एज डेकुसेट, दिस इज डेकुसेट। ਇੱਥੇ 2 ਇਹਦੇ ਉੱਪਰ ਵੀ ਸ਼ੋ ਹੋਣਾ ਚਾਹੀਦਾ ਸੀ, ਦਿਸ ਇਜ਼ ਦਾ डेकुसेट। ਹੁਣ ਆ ਦੇਖੋ ਉੱਤੇ 2 ਥੱਲੇ 2, ਆ 2 ਕੀ ਹੈ, ਇਹ ਚਾਰੋਂ ਰਲ ਕੇ ਇੱਕ ਟੀ ਸ਼ੇਪ ਸਟਰਕਚਰ ਬਣਾਉਂਦੇ ਪਏ ਹੈ, ਦਿਸ ਇਜ਼ ਦਾ ਟੀ ਸ਼ੇਪਡ ਰਿੰਗ, ਟੀ ਸ਼ੇਪ ਰਿੰਗ। ਤੇ ਸਾਰੇ ਇੱਕ ਲਾਈਨ ਦੇ ਵਿੱਚ ਹੈ, ਜਦੋਂ ਇੱਕ ਲਾਈਨ ਦੇ ਵਿੱਚ ਹੋਣ ਇਹਨੂੰ ਕੀ ਕਹਿੰਦੇ ਆ, ਲੀਨੀਅਰ, these are the linear, ਠੀਕ ਹੈ। ਤਾਂ these are the linear। ਚਲੋ ਬਈ ਹੁਣ ਇਹਨਾਂ ਦੀ ਬਿਹੇਵੀਅਰਸ ਕਿਸ ਤਰ੍ਹਾਂ ਹੁੰਦੀ ਹੈ, this is intros longitudinal। ਤਾਂ ਇਹ ਇੱਕ ਲੰਬੇ ਰੁੱਖ ਦੇ ਵਿੱਚ ਮਤਲਬ ਕਿ along the length ਰਪਚਰ ਹੁੰਦਾ ਹੈ, this is intros longitudinal। ਬਿਲਕੁਲ ਇੱਕੋ ਸਾਈਡ ਤੇ ਦੋਵੇਂ ਜਿਹੜੇ ਐਂਥਰਲੋਬ ਹੈ ਉਹ ਰਪਚਰ ਹੁੰਦੇ। ਜੇ ਸਾਈਡਾਂ ਤੋਂ ਹੁੰਦੇ ਹੈ that means from lateral sides, this is latros longitudinal, this is latros longitudinal। ਕਈ ਵਾਰੀ ਬਈ ਉੱਪਰੋਂ ਕੈਪ ਉੱਡ ਜਾਂਦੀ ਹੈ, ਕੈਪ ਦੀ ਫਾਰਮ ਚ, this is extros longitudinal। ਇੱਥੇ ਮੋਸਟਲੀ ਗਨ ਪਾਊਡਰ ਮੈਕੈਨਿਜ਼ਮ ਹੁੰਦਾ ਹੈ, when it come in the contact with the water droplet ਤੇ ਬਲਾਸਟ ਹੁੰਦਾ ਇਹਦੇ ਵਿੱਚ, ਸਾਰੇ ਪੋਲਨ ਗ੍ਰੇਨ ਇਨ ਫਾਰਮ ਆਫ ਪਾਊਡਰ ਬਾਹਰ ਨਿਕਲ ਜਾਂਦੇ ਆ, this is called as gun powder mechanism and this is transverse, ठीक है। transverse section लेने हैं, TS the same way these are the transverse, this is porous, this is a valvular, just like valve like open ਹੁੰਦੀ ਹੈ, this is valvular, ठीक है। ਇੱਕ ਵਾਰੀ ਜਿਹੜਾ ਆਪਣੇ ਨਾਜਾਸ ਪਲਾਂਟ ਹੈ ਉਹਦੇ ਚ ਇਰਰੈਗੂਲਰ ਰਪਚਰਿੰਗ ਹੁੰਦੀ ਹੈ, ਜਿਹਦੀ ਆਪਣੇ ਕੋਲ ਫੋਟੋ ਹੈ ਨਹੀਂ, ਦੈਟਸ ਇਰਰੈਗੂਲਰ ਰਪਚਰਿੰਗ। ਤਾਂ ਉਹ ਕਿਹਦੇ ਵਿੱਚ ਹੁੰਦੀ ਹੈ, ਨਾਜਾਸ ਦੇ ਵਿੱਚ ਹੁੰਦੀ ਹੈ, ਯਾਦ ਰੱਖਣਾ। ਆ ਵੇਖੋ ਫਿਰ ਸਟਰਕਚਰ ਤੁਹਾਨੂੰ ਦਿਖਾ ਰਹੇ ਹਾਂ,
ठीक है, this is valvular. What is this? Lateral transverse. Transverse, sorry, longitudinal. This is valvular, and this is the porous. ਆ ਤੁਹਾਨੂੰ ਮਾਈਕਰੋਸਕੋਪਿਕ ਸਟਰਕਚਰ ਵਿਖਾਈ ਗਈ ਹੈ, ਲੌਂਗੀਟਿਊਡਨਲ ਹੈ, ਲੌਂਗੀਟਿਊਡਨਲ ਸਾਰੇ ਇਹਦੇ ਹੀ ਹੈ। ਇਹ ਚ ਸਟੋਮੀਅਮ ਇਨੀਸ਼ੀਏਟ ਹੋ ਗਈ, ਦੋਵਾਂ ਪਾਸੇ ਬਣ ਗਈ, ਰਿਲੀਜ਼ ਆਫ ਪੋਲਨ ਗ੍ਰੇਨ, ਤੇ ਇਹ ਜਿਹੜਾ ਐਮਪਟੀ ਐਂਥਰਸੈਕ ਰਹਿ ਗਏ, ਜਿਵੇਂ ਉਹ ਥੋੜੇ ਇਮੈਚੁਰ ਪੋਲਨ ਗ੍ਰੇਨਸ ਹੁੰਦੀ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆਪਣੇ ਕੋਲ ਹੈਗੀਆਂ ਬੇਟੇ। ਤਾਂ ਇਸ ਤੋਂ ਬਾਅਦ ਇਹਦੀ ਸਟਰਕਚਰ ਪੜ੍ਹਦੇ ਹਾਂ ਆਪਾਂ, ਸਟਰਕਚਰ ਆਫ ਪੋਲਨ ਗ੍ਰੇਨ। ਸਟਰਕਚਰ ਆਫ ਪੋਲਨ ਗ੍ਰੇਨ ਤਾਂ ਸਾਰਿਆਂ ਤੋਂ ਪਹਿਲਾਂ ਬੇਟੇ ਕੁਛ ਤੁਹਾਨੂੰ ਮੈਂ ਦੱਸ ਦਿਆਂ ਵੀ ਆ ਸਮੂਥ ਪੋਲਨ ਗ੍ਰੇਨ ਹੈ, ਜਿਹਦੇ ਬਾਹਰ ਕੁਛ ਵੀ ਹੈ ਸਮੂਥ। ਜੇ ਇਹਦੇ ਬਾਹਰ ਇਹ ਪੁਆਇੰਟਡ ਸਟਰਕਚਰਸ ਹੋਣ, ਪੁਆਇੰਟਡ, that will be called as spiny. ਅੱਜ ਮੈਂ ਇਹਦੀਆਂ ਫੋਟੋਆਂ ਲੈਣੀਆਂ ਭੁੱਲ ਗਿਆ, ਕੱਲ ਤੁਹਾਨੂੰ ਫਿਰ ਇੱਕ ਵਾਰੀ ਰਿਪੀਟ ਕਰ ਦਿੰਗਾ। that will be called as spiny. ਜੇ ਇਹਦੇ ਉੱਪਰ ਇੱਕ ਨੈਟਵਰਕ ਬਣਿਆ ਹੋਵੇ, ਰੈਡ ਨੈਟਵਰਕ, ਰੈਟੀਕੂਲੇਟ, ਐਂਡ ਦਿਸ ਇਜ਼ ਸਮੂਥ। ਤੇ ਇਹਦੀਆਂ ਜਿਹੜੀਆਂ ਲੇਅਰਸ ਹੁੰਦੀਆਂ ਬਈ, ਠੀਕ ਹੈ, ਵਾਲ ਕਵਰਿੰਗ, ਦਿਸ ਇਜ਼ ਕਾਲਡ ਐਸ ਸਪੋਰੋਡਰਮ, ਸਪੋਰੋਡਰਮ, ਠੀਕ ਹੈ। ਤਾਂ ਹੁਣ ਦੇਖੋ ਬਈ, ਸਾਰਿਆਂ ਤੋਂ ਪਹਿਲਾਂ this is the exine, outermost, that is called as exine. Outermost layer is called as exine. ਤਾਂ ਇਹਦੇ ਵਿੱਚ pores ਹੁੰਦੇ ਆ, ਅਗਲੀ ਡਾਇਗਰਾਮ ਚ ਦੇਖਾਂਗੇ। there are the pores called as germ pores. ਉਹਦੇ ਥੱਲੇ there is the intine. second layer is called as intine. ਉਹਦੇ ਥੱਲੇ ਇੱਕ generative cell, this is the tube nucleus, the S cell ਨੂੰ ਕਹਿੰਦੇ ਆ vegetative cell. this is the mature pollen grain. ਆਓ ਫਿਰ ਇੱਕ ਡਿਟੇਲ ਦੇ ਵਿੱਚ ਵੇਖੀਏ। ਆ spiny pollen grain ਹੈ, ਵੇਖੋ spine segment, this is exine. exine ਦੇ ਉੱਪਰ ਨਾ pores ਹੁੰਦੇ ਆ, these are called as germ pores. second layer it's intine. ਜਿਹੜੇ germ pore ਹੈ ਨਾ, ਇੱਥੋਂ intine ਨੇ ਬਾਹਰ ਆਉਣਾ, from the germ pore ਜਿਹੜੀ intine ਹੈ ਉਹ ਬਾਹਰ ਆਊਗੀ। this is the tube nucleus. ਜਿਹੜਾ ਵੈਜੀਟੇਟਿਵ ਸੈੱਲ ਦਾ ਨਿਊਕਲੀਅਸ ਹੈ ਨਾ, ਆ ਵੈਜੀਟੇਟਿਵ ਸੈੱਲ ਹੈ, ਠੀਕ ਹੈ, ਤੇ ਇਹਦੇ ਨਿਊਕਲੀਅਸ ਨੂੰ ਕਹਿੰਦੇ ਆ ਟਿਊਬ ਨਿਊਕਲੀਅਸ। ਆ ਜਨਰੇਟਿਵ ਸੈੱਲ ਹੈ, ਠੀਕ ਹੈ, this is the generative cell. ਸੈਕਿੰਡ ਸੈੱਲ ਹੁੰਦਾ, ਇਹ ਅੱਗੋਂ ਦੋ ਨਿਊਕਲੀਆਈ ਦੇ ਵਿੱਚ ਅੱਗੇ ਜਾ ਕੇ ਫਰਦਰ ਸਪਲਿਟ ਕਰ ਜੂਗਾ। ਅੱਛਾ ਬੱਚੇ, ਇੱਕ ਯਾਦ ਰੱਖੋ, ਜੇ ਆਪਾਂ ਹਾਈਲੀ ਮਾਈਕਰੋਸਕੋਪਿਕ ਸਟਰਕਚਰ ਵੇਖੀਏ ਤਾਂ ਜਿਹੜੀ ਆਊਟਰਮੋਸਟ ਲੇਅਰ ਹੈ ਨਾ, ਆਊਟਰਮੋਸਟ ਲੇਅਰ, this is exine. ਇਹ ਦੋ ਲੇਅਰਸ ਦੇ ਵਿੱਚ ਡਿਵਾਈਡ ਹੁੰਦੀ ਹੈ, ਐਕਟੈਕਸਾਈਨ ਤੇ ਐਂਡ ਐਕਸਾਈਨ। ਐਕਟੈਕਸਾਈਨ ਤੇ ਐਂਡ ਐਕਸਾਈਨ, ਐਕਟੈਕਸਾਈਨ ਤੇ ਐਂਡ ਐਕਸਾਈਨ, ਇਹ ਦੋ ਲੇਅਰਸ ਦੇ ਵਿੱਚ ਹੁੰਦੀ ਹੈ। ਤਾਂ ਜਿਹੜੀ ਐਕਟੈਕਸਾਈਨ ਹੈ ਇਹਨੂੰ ਸੈਕਸਾਈਨ ਵੀ ਕਹਿੰਦੇ ਆ, ਤੇ ਜਿਹੜੀ ਲੋਅਰ ਹੁੰਦੀ ਹੈ ਐਂਡ ਐਕਸਾਈਨ, ਇਹਨੂੰ ਨੈਕਸਾਈਨ ਵੀ ਕਹਿੰਦੇ ਆ। this is also called as ਨੈਕਸਾਈਨ। ਹੁਣ ਇੱਕ ਛੋਟੀ ਜਿਹੀ ਗੱਲ ਆਪਾਂ ਹੋਰ ਗੱਲ ਕਰ ਲਈਏ, ਜਿਹਦੇ ਬਾਰੇ ਕੋਈ ਟਿਕ ਆਪਾਂ ਨਹੀਂ ਲੈ ਸਕਦੇ, that is ਪੋਲਨ ਵਾਇਬਿਲਿਟੀ। ਤਾਂ ਪੋਲਨ ਦੀ ਵਾਇਬਿਲਿਟੀ ਕਿੰਨੀ ਹੁੰਦੀ ਹੈ? ਤਾਂ ਬੇਟੇ ਬਹੁਤ ਸਾਰੇ ਪਲਾਂਟਸ ਐਸੇ ਹੈ ਜਿਨ੍ਹਾਂ ਦੀ ਵਾਇਬਿਲਿਟੀ ਅਪ ਟੂ 30 ਮਿੰਟਸ ਹੀ ਹੁੰਦੀ ਹੈ। ਇਹ 'ਚ ਮੋਸਟਲੀ ਮੋਨੋਕੋਟ ਆ ਜਾਂਦੇ ਆ। ਮੋਨੋਕੋਟ ਵੀ ਜਿਨ੍ਹਾਂ ਦੇ ਸੀਡ ਨੂੰ ਦੋ ਪਾਰਟਸ 'ਚ ਡਿਵਾਈਡ ਨਾ ਕੀਤਾ ਜਾ ਸਕੇ। ਮੋਨੋਕੋਟਸ ਕਿਹੜੇ ਆ? ਜਿਨ੍ਹਾਂ ਦੇ ਸੀਡ ਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਨਾ ਕੀਤਾ ਜਾ ਸਕੇ, ਤਾਂ ਦੋਜ਼ ਆਰ ਕਾਲਡ ਐਜ਼ ਮੋਨੋਕੋਟਸ। ਤੇ ਉਹਨਾਂ ਦੀ ਜਿਹੜੀ ਵਾਇਬਿਲਿਟੀ ਹੈ ਦੈਟਸ ਆਫ 30 ਮਿੰਟਸ। ਬਟ ਕਈਆਂ ਦੀ ਮੰਥ ਔਰ ਈਅਰਸ ਵੀ ਹੋ ਸਕਦੀ ਹੈ, ਕਈਆਂ ਦੀ ਮੰਥ ਔਰ ਈਅਰਸ ਵੀ ਹੋ ਸਕਦੀ ਹੈ। ਉਹ ਕਿਹੜੇ ਹੈਗੇ ਆ ਬਈ? ਉਹਦੇ ਵਿੱਚ ਆ ਜਾਂਦਾ ਆਪਣੇ ਕੋਲ ਰਾਈਸ, ਸੋਰੀ ਉਹਦੇ ਵਿੱਚ ਆ ਜਾਂਦਾ ਆਪਣੇ ਕੋਲ ਰੋਜ਼ ਜਾਂ ਲੈਗਿਊਮ ਜਾਂ ਸੋਲਾਨੇਸੀ। ਤੇ ਇਹਨਾਂ ਦੀ ਮੰਥਸ ਔਰ ਸਮਟਾਈਮ ਇਨ ਸਮ ਕੇਸਿਸ ਈਅਰਸ ਵੀ ਹੋ ਸਕਦੀ ਹੈ। ਬਟ ਬੇਟੇ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਸਟ੍ਰੈਟਜੀਜ਼ ਫॉर ਦਾ ਐਨਹਾਂਸਮੈਂਟ ਆਫ ਫੂਡ ਪ੍ਰੋਡਕਸ਼ਨ ਦੀ ਗੱਲ ਕੀਤੀ ਸੀ। ਸੀਮਨ ਨੂੰ ਕ੍ਰਾਇਓ ਪ੍ਰੀਜ਼ਰਵੇਸ਼ਨ ਕੀਤੀ ਜਾਂਦੀ ਹੈ। ਸੋ ਵਾਟ ਇਜ਼ ਕ੍ਰਾਇਓ ਪ੍ਰੀਜ਼ਰਵੇਸ਼ਨ? ਕਿ ਆਪਾਂ -196 ਡਿਗਰੀ ਸੀ ਤੇ ਲਿਕੁਇਡ ਨਾਈਟ੍ਰੋਜਨ ਚ ਸਟੋਰ ਕਰਦੇ ਹਾਂ।
ਜਿਨ੍ਹਾਂ ਦੇ ਘਰੇ ਪਸ਼ੂ ਆ ਉਹਨਾਂ ਬੱਚਿਆਂ ਨੇ ਵੇਖਿਆ ਹੋਣਾ ਕਿ ਉਹ ਜਿਹੜੇ ਵੈਟਰਨਰੀ ਡਾਕਟਰ ਹੁੰਦੇ ਨੇ ਉਹਨਾਂ ਕੋਲ ਇੱਕ ਸਿਲੰਡਰ ਹੁੰਦਾ ਹੈ, ਤੇ ਉਹ 'ਚੋਂ ਨਾ ਫਿਊਮਸ ਨਿਕਲਦੇ ਪਏ ਹੁੰਦੇ ਆ, ਤਾਂ ਬੱਚੇ ਜਾਣ ਕੇ ਹੈਰਾਨੀ ਹੋਊਗੀ ਕਿ ਉਹਦਾ ਟੈਂਪਰੇਚਰ ਜੋ ਹੈ -196 ਡਿਗਰੀ ਸੀ ਹੁੰਦਾ ਹੈ। ਤਾਂ ਇਸੇ ਤਰੀਕੇ ਆਪਾਂ ਪੋਲਨ ਗ੍ਰੇਨਸ ਵੀ ਸਟੋਰ ਕਰ ਸਕਦੇ ਹਾਂ, ਤੇ ਜਿੱਥੇ ਪੋਲਨ ਗ੍ਰੇਨ ਸਟੋਰ ਕਰਦੇ ਆ ਉਹਨੂੰ ਕਹਿੰਦੇ ਆ ਪੋਲਨ ਬੈਂਕ, ਠੀਕ ਹੈ, ਦੈਟਸ ਕਾਲਡ ਐਜ਼ ਪੋਲਨ ਬੈਂਕ। ਅੱਛਾ ਬੱਚੇ, ਇੱਥੇ ਹੀ ਇੱਕ ਛੋਟੀ ਜਿਹੀ ਹੋਰ ਤੁਹਾਡੇ ਨਾਲ ਮੈਂ ਗੱਲ ਕਰਦਾ ਹੈ, ਪੋਲਨ ਅਲਰਜੀ। ਵਟ ਇਜ਼ ਪੋਲਨ ਅਲਰਜੀ? ਕੁਛ ਕਈ ਵਾਰੀ ਕੀ ਹੁੰਦਾ ਹੈ ਵੀ ਜਿਹੜੇ ਨੀਮੋਫਿਲਸ ਭਾਵ ਵੀ ਜਿਹੜੇ ਪੋਲਨ ਗ੍ਰੇਨਸ ਹਵਾ ਦੇ ਵਿੱਚ ਫਲੋਟ ਕਰਦੇ ਆ, ਉਹ ਸਾਨੂੰ ਅਲਰਜੀ ਕਰ ਸਕਦੀ ਹੈ, ਠੀਕ ਹੈ। ਜਿਵੇਂ ਐਸਥਮਾ ਹੋ ਸਕਦਾ ਹੈ, ਬ੍ਰੋਂਕਾਈਟਸ ਹੋ ਸਕਦਾ ਹੈ, ਰਾਈਨਾਈਟਿਸ ਹੋ ਸਕਦਾ ਹੈ, ਜਾਂ ਸਾਨੂੰ ਕੋਈ ਸਕਿਨ ਇਰੀਟੇਸ਼ਨ, ਆਈ ਇਰੀਟੇਸ਼ਨ ਹੋ ਸਕਦੀ ਹੈ। ਇਹਦੇ ਵਿੱਚ ਮੋਸਟਲੀ ਜਿਹੜੇ ਹੈਗੇ ਚੀਨੋਪੋਡੀਅਮ, ਐਮਰੈਂਥਸ, ਸੋਰਗਮ ਤੇ ਇਹ ਪਲਾਂਟਸ ਹੁੰਦੇ ਆ। ਤਾਂ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦੱਸਦਾ, ਮੇਰੇ ਨਾ ਇੱਕ ਸਟੂਡੈਂਟ ਸੀ, ਕਾਫੀ ਸਾਲ ਪਹਿਲਾਂ, ਇੱਕ ਲੜਕੀ ਸੀ, ਮੈਂ ਨਾਮ ਨਹੀਂ ਲੈਂਦਾ, ਉਹ ਵਿਚਾਰੀ ਨਾ ਸਾਲ ਦੇ ਕੁਝ ਟਾਈਮ 'ਚ ਕੋਮਨ ਕੋਲਡ ਹੀ ਨਹੀਂ ਠੀਕ ਹੁੰਦਾ ਸੀ, +2 ਸਟੂਡੈਂਟ ਸੀ, ਤੇ ਉਹ ਹੁਣ ਅਬਰੋਡ ਹੈ, ਉੱਥੇ ਜਾ ਕੇ ਉਹਨੂੰ ਕਦੇ ਹੋਇਆ ਹੀ ਨਹੀਂ। ਤੇ ਉਹਨੇ ਜਦੋਂ ਆਪ MSc ਨਰਸਿੰਗ ਕੀਤੀ ਤਾਂ ਕਹਿੰਦੀ ਸਰ ਮੈਨੂੰ ਜਿਹੜੇ ਕਿੱਕਰ ਦੇ ਪੋਲਨਸ ਤੋਂ ਅਲਰਜੀ ਸੀ। ਜਿਹੜੇ ਆਪਣੇ ਹੌਟ ਸੀਜ਼ਨ ਦੇ ਵਿੱਚ ਕਿੱਕਰ ਤੇ ਫਲਾਵਰ ਹੁੰਦੇ ਆ ਨਾ ਬੇਟੇ, ਉਹਦੇ ਕੋਲ ਕੋਈ ਅਦਰ ਆਰਗਨ ਨਹੀਂ ਹੁੰਦਾ ਨਾਨ ਐਸੈਂਸ਼ੀਅਲ, ਕਹਿੰਦੇ ਪੋਲਨ ਗ੍ਰੇਨਸ ਤੇ ਮੇਲ ਐਂਡ ਫੀਮੇਲ ਰਿਪਰੋਡਕਟਿਵ ਪਾਰਟੀ ਹੈ, ਤਾਂ ਪੋਲਨ ਗ੍ਰੇਨ ਨਾ ਮਿਲੀਅਨਸ ਆਫ ਪੋਲਨ ਗ੍ਰੇਨ ਪ੍ਰੋਡਿਊਸ ਹੁੰਦੇ ਆ ਫਰੋਮ ਸਿੰਗਲ ਫਲਾਵਰ, ਤੇ ਦੇ ਆਰ ਨੀਮੋਫਿਲਸ, ਤੇ ਹਵਾ ਜਿਹੜੀ ਏਅਰ ਹੈ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਜਾਂਦੀ ਹੈ, ਤਾਂ ਆਪਾਂ ਇਨਹੇਲ ਕਰਦੇ ਆ ਨਾ, ਆਪਾਂ ਨੂੰ ਅਲਰਜੀ ਹੋ ਜਾਂਦੀ ਹੈ, ਤਾਂ ਉਹਦੇ ਤੋਂ ਅਲਰਜੀ ਸੀ, ਠੀਕ ਹੈ। ਤਾਂ ਉਹਦੇ ਕਰਕੇ ਕੋਮਨ ਕੋਲਡ, ਕਫ, ਰਨਿੰਗ ਨੋਜ਼ ਔਰ tears in the eye, or sometime nasal congestion or throat congestion or fever, sometime dizziness etc, ਇਦਾਂ ਦੇ ਜਿਹੜੇ ਆਪਣੇ ਸਿੰਪਟਮਸ ਹੁੰਦੇ ਆ ਇਹ ਸਾਨੂੰ ਇਫੈਕਟ ਕਰਦੇ ਆ। ਤਾਂ ਵੀ ਇਹਦੋਂ ਬਾਅਦ ਪੋਲਨ ਦੇ ਯੂਜ਼ਸ ਆਪਾਂ ਗੱਲ ਕੀਤੀ ਸੀ, ਵੀ ਆਪਾਂ ਪੋਲਨ ਗ੍ਰੇਨ ਬਾਰੇ ਪਹਿਲਾਂ ਵੀ ਗੱਲ ਕੀਤੀ ਹੋਈ ਹੈ। ਪੋਲਨ ਗ੍ਰੇਨ ਪ੍ਰੋਡਕਟ ਤੁਹਾਨੂੰ ਮੈਂ ਦੱਸਿਆ ਸੀ ਵੀ ਜਿਹੜੀਆਂ ਹਨੀ ਬੀਜ਼ ਹੈ, ਦੇ ਕਲੈਕਟ ਪੋਲਨ ਗ੍ਰੇਨਸ, ਤਾਂ ਆਪਾਂ ਉਹਨਾਂ ਹਨੀ ਬੀਜ਼ ਤੋਂ ਆਪਾਂ ਇਕੱਠੇ ਕਰ ਲੈਂਦੇ ਹਾਂ, ਠੀਕ ਹੈ। ਤੇ ਫੋਰ ਵੇਰੀਅਸ ਮੈਡੀਸਨਸ ਦੇ ਵਿੱਚ ਯੂਜ਼ ਹੁੰਦੇ ਹੈ, ਤਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਕਾਸਮੈਟਿਕਸ ਦੇ ਵਿੱਚ ਯੂਜ਼ ਹੁੰਦੇ ਹੈ, ਜਾਂ ਮਤਲਬ ਕਿ ਐਜ਼ ਅ ਐਂਟੀ ਬੈਕਟੀਰੀਅਲ ਏਜੈਂਟ ਵੀ ਯੂਜ਼ ਹੁੰਦੇ ਹੈ, ਜਾਂ ਕਈ ਸੋਲਿਊਸ਼ਨਸ ਦੇ ਵਿੱਚ ਯੂਜ਼ ਹੁੰਦੇ ਹੈ। ਤਾਂ ਇਹ ਬਹੁਤ ਜ਼ਿਆਦਾ ਯੂਜ਼ ਹੈਗਾ। ਇੱਕ ਪੋਲਨ ਗ੍ਰੇਨ ਤੁਸੀਂ ਵੀ ਯੂਜ਼ ਕਰਦੇ ਹੋ, ਦੱਸੋ ਬਈ, ਘਰੇ ਯੂਜ਼ ਕਰਦੇ ਹੈ ਸਪੈਸ਼ਲੀ ਇਨ ਵਿੰਟਰ ਸੀਜ਼ਨ? ਇਹ ਪਤਾ ਕੌਣ ਦੱਸ ਸਕਦਾ ਹੈ? ਕਾਫੀ ਬੰਦੇ ਛੱਡ ਗਏ ਹੈ। ਕੁਸ਼ਲ ਦੱਸੂਗਾ ਬਈ ਪੋਲਨ ਗ੍ਰੇਨ ਘਰੇ ਕਿੱਥੇ ਯੂਜ਼ ਕਰਦੇ ਆ? ਪਾਰਸ ਵੀ ਦੱਸੂਗਾ। ਕਾਫੀ ਕੋਸਟਲੀ ਹੈ, 4000 ਰੁਪਏ ਕਿਲੋ ਹੈ ਉਹ, 4000 ਰੁਪੀਸ kg, ਪਰ ਆਪਾਂ ਘਰਾਂ 'ਚ ਵਰਤਦੇ ਹਾਂ। ਯੈਸ ਪਾਰਸ? ਰਾਈ ਸਰ? ਨਾ ਰਾਈ ਨਹੀਂ। ਚਲੋ ਮੈਂ ਹੋਰ ਦੱਸ ਦਿੰਦਾ, ਜਿਹੜੇ ਬ੍ਰਾਹਮਣ ਹੈ, ਜਿਹੜੇ ਪੰਡਤ ਹੈ, ਉਹ ਬਹੁਤ ਜ਼ਿਆਦਾ ਯੂਜ਼ ਕਰਦੇ ਹੈ। ਬਾਕੀ ਜਿਹੜੇ ਬਾਣੀਆਂ ਫੈਮਿਲੀ ਦਾ ਜਾਂ ਮਹਾਜਨ ਫੈਮਿਲੀ ਦਾ, ਉਹ ਵੀ ਯੂਜ਼ ਕਰਦੇ ਆ ਘਰੇ। ਜੇ ਤੁਸੀਂ ਕੋਈ ਪੁਰਾਣੀ ਫਿਲਮ ਵੇਖੀ ਹੋਵੇ ਜਿੱਥੇ ਉਹ ਹਵਨ ਕਰਦੇ ਆ, ਉੱਥੇ ਦੇਖਿਆ ਹੋਣਾ ਤੁਸੀਂ, ਵੇਖਿਆ ਨਾ ਮੱਥੇ ਤੇ 4 ਲੈਣਾ ਬਣੀਆਂ ਹੁੰਦੀਆਂ, ਟੀਵੀ 'ਚ ਯੈਸ ਵੇਖਿਆ ਸਰ। ਹੋਣਾ। ਉਹ ਬੇਟੇ ਉਹ ਕੇਸਰ ਦੀਆਂ ਬਣਾਉਂਦੀਆਂ, ਆਪਾਂ ਕੇਸਰ ਯੂਜ਼ ਕਰਦੇ ਹਾਂ, ਦੁੱਧ ਵਗੈਰਾ 'ਚ ਪਾ ਲੈਂਦੇ ਹਾਂ ਘਰਾਂ 'ਚ, ਜਾਂ ਕੋਈ ਖੀਰ ਵਗੈਰਾ ਬਣਾਉਣੀ ਹੈ, ਉਹਨੂੰ ਸਪੈਸੀਫਿਕ ਕਲਰੇਸ਼ਨ ਦੇਣ ਲਈ ਕੇਸਰ ਯੂਜ਼ ਕਰਦੇ ਹਾਂ। ਤਾਂ ਉਹ ਕੇਸਰ ਦਾ ਕੀ ਯੂਜ਼ ਹੁੰਦਾ ਹੈ? ਪੋਲਨ ਗ੍ਰੇਨਸ ਯੂਜ਼ ਹੁੰਦੇ ਆ, ਯਾਦ ਰੱਖਿਓ। ਉਹ 4000 ਤੋਂ ਵੀ ਸ਼ਾਇਦ ਕਾਫੀ ਮਹਿੰਗੇ ਹੈ, ਤੇ ਫੋਰਸੈਪਸ ਨਾਲ ਇਕੱਠੇ ਕਰਦੇ ਆ। ਇੱਕ ਬੰਦਾ ਸ਼ਾਮ ਤੱਕ 50 ਤੋਂ 100 ਗ੍ਰਾਮ ਇਕੱਠੇ ਕਰ ਸਕਦਾ ਸਾਰਾ ਦਿਨ ਲਗਾ ਕੇ, ਠੀਕ ਹੈ। ਤੇ ਉਹਨਾਂ ਦੀ ਕਾਫੀ ਕੋਸਟਲੀ ਹੁੰਦੀ ਹੈ, ਤੇ ਪਿਓਰ ਕੇਸਰ ਤਾਂ ਆਪਾਂ ਨੂੰ ਲਗਭਗ ਮਿਲਦਾ ਹੀ ਨਹੀਂ। ਤਾਂ ਵੀ ਹੁਣ ਆਪਣੇ ਕੋਲ ਟਾਈਮ ਸਿਰਫ 4 ਮਿੰਟ ਹੈ, ਤੇ ਆਹ ਟੌਪਿਕ ਆਪਣਾ ਬਹੁਤ ਲੰਬਾ ਹੈ, ਤਾਂ ਚਲੋ ਆਪਾਂ ਇਹਦੇ ਬਾਰੇ ਕੱਲ ਨੂੰ ਗੱਲਬਾਤ ਕਰਾਂਗੇ। ਸੋ ਬੇਟੇ
ਇੱਕ ਤਾਂ ਜਿਹੜੇ ਬੱਚਿਆਂ ਦੀ ਫੀਸ ਰਹਿ ਗਈ ਸਿਰਫ 11 ਬੱਚੇ ਹੈ। ਸ਼ਾਹਵੀਰ ਇਹਨਾਂ ਦਾ ਵੀ ਸਕਰੀਨਸ਼ਾਟ ਲੈ ਲਾ ਯਾਰ ਤੇ ਮੈਨੂੰ WhatsApp ਕਰ। ਕੱਲ ਨੂੰ ਬਾਕੀਆਂ ਨੂੰ ਆਪਾਂ ਡਾਂਟਣਾ ਹੈ ਵੀ 16 ਚੋਂ 5 ਜਾਣੇ ਬੱਚੇ ਗਏ ਚਲੇ। ਤਾਂ ਠੀਕ ਹੈ ਬੇਟੇ, ਫਿਰ ਆਪਾਂ ਕੱਲ ਨੂੰ ਅੱਗੋਂ ਫਰਦਰ ਕੰਟੀਨਿਊ ਕਰਦੇ ਹਾਂ। ਸਰ ਤੁਸੀਂ ਇਸ ਦੀ ਵੀਡੀਓ ਸੈਂਡ ਕਰ ਦੋਗੇ ਗਰੁੱਪ ਵਿੱਚ? ਹਾਂ 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 ਬੇਟੇ, ਕੋਈ ਡਾਊਟ ਹੈਗਾ ਤਾਂ ਦੱਸੋ। ਬਹੁਤ ਆਪਣੇ ਕੋਲ 2.5-3 ਮਿੰਟ ਹੈਗੇ ਆ। ਸਰ ਬਾਕੀ ਚੈਪਟਰ ਨੋਟਸ ਵੀ ਰਹਿੰਦੇ ਸੀ।